ਸਤਿ ਸ਼੍ਰੀ ਅਕਾਲ ਦੋਸਤੋ, ਜਿਵੇਂ ਕਿ ਤੁਸੀਂ ਸਭ ਜਾਣਦੇ ਹੋ ਕਿ ਪੰਜਾਬ ਵਿਧਾਨ ਸਭਾ ਚੋਣਾਂ 2022 ਜੋ ਕਿ 20 ਫਰਵਰੀ ਨੂੰ ਹੋਣ ਜਾ ਰਹੀਆਂ ਹਨ ਦੀ ਜਿਹੜੇ ਹੈ ਵੋਟਰ ਅਮਲੇ ਦੀਆਂ ਡਿਊਟੀਆਂ ਲੱਗ ਚੁੱਕੀਆਂ ਨੇ। ਪਰ ਬਹੁਤ ਸਾਰੇ ਦੋਸਤਾਂ ਦੀ ਸਿਫਾਰਿਸ਼ ਸੀ ਕਿ ਇਹ ਜਿਹੜੀ ਹੈ ਮਾਰਕ ਸੂਚੀ ਵਿੱਚ ਦਰਜ ਵੋਟਰ ਕੋਡ ਅਤੇ ਉਹਨਾਂ ਦੀ 17A ਜਿਹੜਾ ਹੈ ਵੋਟਰ ਰਜਿਸਟਰ ਵਿੱਚ ਐਂਟਰੀ, ASD ਵੋਟਰ ਸੂਚੀ ਅਤੇ ਪ੍ਰੋਕਸੀ ਵੋਟਰ ਸੂਚੀ ਅਤੇ ਉਹਨਾਂ ਦੀ 17A ਵਿੱਚ ਐਂਟਰੀ ਜਿਹੜੀ ਹੈ ਉਹਦੇ ਬਾਰੇ ਵਿੱਚ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਜਾਵੇ। ਇਸੇ ਉਦੇਸ਼ ਨੂੰ ਮੁੱਖ ਰੱਖਦੇ ਹੋਏ ਅੱਜ ਅਸੀਂ ਤੁਹਾਡੇ ਨਾਲ ਜਿਹੜੀ ਹੈ ਇਹ ਵੀਡੀਓ ਸਾਂਝੀ ਕਰਨ ਜਾ ਰਹੇ ਹਾਂ। ਆਸ ਰੱਖਦੇ ਹਾਂ ਕਿ ਤੁਹਾਡੇ ਸਾਰਿਆਂ ਨੂੰ ਜਿਹੜਾ ਹੈ ਇਸ ਵੀਡੀਓ ਤੋਂ ਬਾਅਦ ਹਰ ਤਰ੍ਹਾਂ ਦੇ ਜਿਹੜੇ ਕੋਈ ਡਾਟਸ ਨੇ ਉਹ ਕਲੀਅਰ ਹੋ ਜਾਣਗੇ ਔਰ ਉਸ ਦੇ ਨਾਲ ਹੀ ਅਸੀਂ ਜਿਹੜੀ ਹੈ ਆਪਣੀ ਜਿਹੜੀ ਵੋਟਰ ਡਿਊਟੀ ਹੈ ਉਸ ਨੂੰ ਅਸੀਂ ਸੁਚਾਰੂ ਢੰਗ ਨਾਲ ਚਲਾਉਂਦੇ ਹੋਏ ਵੋਟਾਂ ਦੇ ਜਿਹੜਾ ਹੈ ਪ੍ਰੋਸੈਸ ਨੂੰ ਸੁਚਾਰੂ ਢੰਗ ਨਾਲ ਚਲਾਉਂਦੇ ਹੋਏ ਆਪਣੀ ਜਿਹੜੀ ਹੈ ਚੋਣ ਡਿਊਟੀ ਉਹਨੂੰ ਬੜੇ ਹੀ ਜਿਹੜਾ ਹੈ ਸਿੱਧੇ ਢੰਗ ਨਾਲ ਨੇਪਰੇ ਚਾੜਾਂਗੇ। ਆਓ ਦੋਸਤੋ ਅਸੀਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਮਾਰਕ ਸੂਚੀ ਅਤੇ ASD ਅਤੇ ਪ੍ਰੋਕਸੀ ਵੋਟਰ ਸੂਚੀ ਕੀ ਹੁੰਦੀਆਂ ਹਨ। ਦੋਸਤੋ, ਮਾਰਕਡ ਜਿਹੜੀ ਸੂਚੀ ਹੈ ਉਸ ਦੇ 3 ਭਾਗ ਹੋਇਆ ਕਰਦੇ ਹਨ। ਪਹਿਲੇ ਭਾਗ ਦੇ ਵਿੱਚ ਜਿਹੜਾ ਹੈ ਸਾਨੂੰ ਜਨਰਲ ਵੋਟਰ, ਡਿਲੀਟਡ ਵੋਟਰ, PB ਕੋਡ ਵੋਟਰ, EDC ਕੋਡ ਵੋਟਰ ਜਿਹੜੇ ਹੈਗੇ ਆ ਇਹਨਾਂ ਦੇ ਇੰਦਰਾਜ ਜਿਹੜੇ ਨੇ ਉਹ ਮਿਲਦੇ ਨੇ। ਦੂਜੇ ਭਾਗ ਦੇ ਵਿੱਚ ਜਿਹੜੀ ਹੈ ਸਾਡੇ ਕੋਲ ਉਹ ASD ਵੋਟਰ ਸੂਚੀ ਹੋਇਆ ਕਰਦੀ ਹੈ ਔਰ ਤੀਸਰੀ ਜਿਹੜੀ ਵੋਟਰ ਸੂਚੀ ਹੈ ਉਹ ਪ੍ਰੋਕਸੀ ਵੋਟਰ ਸੂਚੀ ਹੋਇਆ ਕਰਦੀ ਹੈ। ਸਭ ਤੋਂ ਪਹਿਲਾਂ ਅਸੀਂ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਮਾਰਕ ਸੂਚੀ ਜਿਹੜੀ ਹੈ ਉਸ ਨੂੰ ਮਾਰਕਡ ਕਿਉਂ ਆਖਦੇ ਹਾਂ। ਦੋਸਤੋ, ਜਿਹੜੀ ਮਾਰਕ ਸੂਚੀ ਹੈ ਉਹਦੇ ਵਿੱਚ ਕੁਝ ਵਿਸ਼ੇਸ਼ ਕੋਡ ਜਿਹੜੇ ਨੇ ਦਰਜ ਕੀਤੇ ਗਏ ਹੁੰਦੇ ਹਨ, ਇਸੇ ਕਾਰਨ ਇਸ ਨੂੰ ਮਾਰਕ ਸੂਚੀ ਆਖਦੇ ਹਾਂ। ਅਤੇ ਮਾਰਕ ਸੂਚੀ ਜਿਹੜੀ ਹੈ ਇਹ ਇੱਕ ਗਜ਼ਟਡ ਅਧਿਕਾਰੀ ਵੱਲੋਂ ਤਸਦੀਕ ਕੀਤੀ ਜਾਂਦੀ ਹੈ, ਇਸੇ ਕਾਰਨ ਵੀ ਇਸ ਨੂੰ ਮਾਰਕ ਸੂਚੀ ਆਖਿਆ ਜਾਂਦਾ ਹੈ। ਮਾਰਕ ਸੂਚੀ ਵਿੱਚ ਆਮ ਤੌਰ 'ਤੇ 4 ਤਰ੍ਹਾਂ ਦੇ ਵੋਟਰਾਂ ਦੀ ਜਿਹੜੀ ਹੈ ਐਂਟਰੀ ਕੀਤੀ ਗਈ ਹੁੰਦੀ ਹੈ। ਪਹਿਲੇ ਵੋਟਰ ਜਿਸ ਨੂੰ ਅਸੀਂ ਸਧਾਰਨ ਵੋਟਰ ਆਖਦੇ ਹਾਂ, ਦੂਸਰੇ ਤਰ੍ਹਾਂ ਦੇ ਵੋਟਰ ਜਿਸ ਨੂੰ ਅਸੀਂ ਡਿਲੀਟਡ ਵੋਟਰ ਆਖਦੇ ਹਾਂ, ਭਾਵ ਉਹ ਅਜਿਹੇ ਵੋਟਰ ਹਨ ਜਿਹੜੇ ਕਿ ਦੇਸ਼ ਛੱਡ ਜਾਣ ਕਾਰਨ ਜਾਂ ਜਿਹੜੇ ਹੈਗੇ ਆ ਕਿਸੇ ਹੋਰ ਸਟੇਟ ਵਿੱਚ ਸ਼ਿਫਟ ਹੋ ਜਾਣ ਕਾਰਨ ਜਾਂ ਉਹ ਜਿਹੜੇ ਹੈ ਡੈਥ ਦੇ ਕਾਰਨ ਉਹਨਾਂ ਦੀ ਵੋਟ ਜਿਹੜੀ ਹੈ ਡਿਲੀਟ ਕੀਤੀ ਜਾ ਚੁੱਕੀ ਹੈ, ਜਿਹੜੇ ਕਿ ਕਿਸੇ ਤਰ੍ਹਾਂ ਨਾਲ ਵੀ ਵੋਟਿੰਗ ਦਿਨ ਦੇ ਉੱਤੇ ਕਿਸੇ ਪੋਲਿੰਗ ਸਟੇਸ਼ਨ 'ਤੇ ਜਾ ਕੇ ਵੋਟ ਕਰਨ ਦਾ ਅਧਿਕਾਰ ਨਹੀਂ ਰੱਖਦੇ। ਦੂਸਰੇ ਤਰ੍ਹਾਂ ਦਾ ਜਿਹੜਾ ਕੋਡ ਹੈ ਉਸ ਨੂੰ ਅਸੀਂ ਜਿਹੜਾ ਹੈ PB ਕੋਡ ਆਖਦੇ ਹਾਂ। PB ਕੋਡ ਦਾ ਮਤਲਬ ਹੈ ਇਹ ਅਜਿਹੇ ਵੋਟਰ ਹਨ ਜਿਨ੍ਹਾਂ ਨੂੰ ਕਿ ਜਿਹੜਾ ਹੈ ਪੋਸਟਲ ਬੈਲਟ ਜਾਰੀ ਕੀਤਾ ਜਾ ਚੁੱਕਾ ਹੈ। ਇਸ ਵਾਰ ਕੋਵਿਡ ਦੇ ਨੂੰ ਮੱਦੇਨਜ਼ਰ ਰੱਖਦੇ ਹਾਂ ਪੰਜਾਬ ਇਲੈਕਸ਼ਨ ਕਮਿਸ਼ਨਰ ਵੱਲੋਂ ਜਿਹੜਾ ਹੈ 4 ਤਰ੍ਹਾਂ ਦੀਆਂ ਕੈਟਾਗਰੀਜ਼ ਦੇ ਵਿੱਚ ਜਿਹੜੇ ਹੈਗੇ ਆ ਪੋਸਟਲ ਬੈਲਟ ਜਾਰੀ ਕੀਤੇ ਗਏ ਨੇ, ਜਿਨ੍ਹਾਂ ਵਿੱਚ ਪਹਿਲੇ ਉਹ ਅਧਿਕਾਰੀ ਹਨ ਜਿਹੜੇ ਕਿ ਆਪਣੀ ਕੰਸਟੀਚੁਐਂਸੀ ਤੋਂ ਬਾਹਰ ਜਿਹੜਾ ਹੈ ਇਲੈਕਸ਼ਨ ਡਿਊਟੀ ਦੇ ਰਹੇ ਨੇ। ਦੂਸਰੇ ਉਹ ਵਿਅਕਤੀ ਜਿਨ੍ਹਾਂ ਦੀ ਉਮਰ 80 ਜਾਂ 80 ਸਾਲ ਤੋਂ ਉੱਪਰ ਹੈ। ਤੀਸਰੇ ਉਹ ਵਿਅਕਤੀ ਜਿਹੜੇ ਕਿ ਕਿਸੇ ਤਰ੍ਹਾਂ ਨਾਲ ਦੀ ਫਿਜ਼ੀਕਲ ਜਿਹੜੇ ਹੈਗੇ ਆ ਅਪੰਗ ਹਨ, ਉਹਨਾਂ ਨੂੰ ਇਹ ਪੋਸਟਲ ਬੈਲਟ ਜਾਰੀ ਕੀਤਾ ਗਿਆ ਹੈ। ਅਤੇ ਚੌਥੇ ਉਹ ਵਿਅਕਤੀ ਜਿਹੜੇ ਕਿ COVID-19 ਦੇ ਜਿਹੜੇ ਲੱਛਣਾਂ ਨਾਲ ਪਾਏ ਗਏ ਨੇ। ਅਜਿਹੇ ਸਾਰੇ ਵੋਟਰ ਜਿਹੜੇ ਨੇ ਉਹ ਪੋਲਿੰਗ ਵਾਲੇ ਦਿਨ ਆਪਣੇ ਪਿੰਡ ਦੇ ਪੋਲਿੰਗ ਸਟੇਸ਼ਨ ਦੇ ਉੱਪਰ ਜਾ ਕੇ ਕਿਸੇ ਤਰ੍ਹਾਂ ਨਾਲ ਵੀ ਵੋਟ ਕਰਨ ਦਾ ਅਧਿਕਾਰ ਨਹੀਂ ਰੱਖਦੇ, ਕਿਉਂਕਿ ਉਹਨਾਂ ਦੀ ਜਿਹੜੀ ਹੈ ਵੋਟ ਪੋਸਟਲ ਬੈਲਟ ਦੇ ਜ਼ਰੀਏ ਪਹਿਲਾਂ ਹੀ ਪੈ ਚੁੱਕੀ ਹੈ। ਔਰ ਇਹ ਸਾਨੂੰ POs ਨੂੰ ਚੰਗੀ ਤਰ੍ਹਾਂ ਧਿਆਨ ਰੱਖਣਾ ਚਾਹੀਦਾ ਹੈ ਕਿ ਜੇਕਰ ਕੋਈ ਅਜਿਹਾ ਵਿਅਕਤੀ ਜਿਸ ਦੇ ਅੱਗੇ PB ਕੋਡ ਲਿਖਿਆ ਹੈ ਅਤੇ ਤੁਹਾਡੇ ਪੋਲਿੰਗ ਬੂਥ ਦੇ ਉੱਪਰ ਰਿਪੋਰਟ ਕਰਦਾ ਹੈ ਤਾਂ ਅਸੀਂ ਉਸ ਨੂੰ ਵੋਟ ਪਾਉਣ ਦਾ ਜਿਹੜੀ ਹੈ ਪਰਮਿਸ਼ਨ ਨਹੀਂ ਦੇਣੀ। ਅਸੀਂ ਹੁਣ EDC ਦੀ ਗੱਲ ਵੀ ਕਰਾਂਗੇ। EDC ਉਹ ਵਿਅਕਤੀ ਹਨ ਉਹ ਅਧਿਕਾਰੀ ਹਨ ਜਿਹੜੇ ਕਿ ਆਪਣੀ ਹੀ ਕੰਸਟੀਚੁਐਂਸੀ ਦੇ ਵਿੱਚ ਇਲੈਕਸ਼ਨ ਡਿਊਟੀ ਕਰ ਰਹੇ ਹਨ। ਤਾਂ ਇਲੈਕਸ਼ਨ ਕਮਿਸ਼ਨਰ ਵੱਲੋਂ ਅਜਿਹੇ ਅਧਿਕਾਰੀਆਂ ਨੂੰ ਇਲੈਕਸ਼ਨ ਡਿਊਟੀ ਸਰਟੀਫਿਕੇਟ ਜਾਰੀ ਕੀਤਾ ਗਿਆ, ਜਿਹੜਾ ਕਿ ਕੋਡ ਤੁਸੀਂ ਇਸ ਸਲਾਈਡ ਦੇ ਵਿੱਚ ਦੇਖ ਰਹੇ ਹੋ। ਅਸੀਂ ਹੁਣ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਜਿਹੜੇ ਸਧਾਰਨ ਵੋਟਰ ਨੇ ਜਦੋਂ ਉਹ ਤੁਹਾਡੇ ਕੋਲ ਵੋਟ ਕਰਨ ਆਉਂਦੇ ਹਨ ਤਾਂ ਅਸੀਂ ਉਹਨਾਂ ਦੀ 17A ਵਿੱਚ ਜਿਹੜੀ ਹੈ ਐਂਟਰੀ ਕਿਵੇਂ ਕਰਦੇ ਹਾਂ। 17A ਦੇ 5 ਕਾਲਮ ਹੋਇਆ ਕਰਦੇ ਨੇ। ਪਹਿਲੇ ਕਾਲਮ ਵਿੱਚ ਅਸੀਂ ਜਿਹੜਾ ਹੈ ਲੜੀ ਨੰਬਰ ਲਿਖਦੇ ਹਾਂ, ਜਿਸ ਦੇ ਆਧਾਰ 'ਤੇ ਅਸੀਂ ਜਿਹੜੇ ਹੈ ਕੁੱਲ ਪਈਆਂ ਵੋਟਾਂ ਦੀ ਜਿਹੜੀ ਹੈ ਗਿਣਤੀ ਕਰਾਂਗੇ। ਦੂਸਰੇ ਕਾਲਮ ਦੇ ਵਿੱਚ ਅਸੀਂ ਉਸ ਵੋਟਰ ਦੀ ਵੋਟਰ ਸੂਚੀ ਵਿੱਚ ਲੜੀ ਨੰਬਰ ਜਿਹੜਾ ਹੈ ਉਸ ਨੂੰ ਦਰਜ ਕਰਦੇ ਹਾਂ। ਤੀਸਰੇ ਕਾਲਮ ਦੇ ਵਿੱਚ ਅਸੀਂ ਵੋਟਰ ਵੱਲੋਂ ਆਪਣੀ ਸ਼ਨਾਖਤ ਲਈ ਸਾਨੂੰ ਪੇਸ਼ ਕੀਤੇ ਜਿਹੜੇ ਹੈ
ਸ਼ਨਾਖਤੀ ਕਾਰਡ ਦਾ ਵੇਰਵਾ ਦਰਜ ਕਰਦੇ ਹਾਂ, ਜਿਸ ਦੇ ਵਿੱਚ ਅਸੀਂ ਉਹ ਸ਼ਨਾਖਤੀ ਕਾਰਡ ਦਾ ਕੋਡ, ਭਾਵ ਜੇਕਰ ਉਹ ਵੋਟਰ ਕਾਰਡ ਹੈ ਤਾਂ EP ਅਤੇ ਉਸ ਦੇ ਪਿਛਲੇ 5-4 ਜਿਹੜੇ ਹੈਗੇ ਆ ਅੰਕ ਅਸੀਂ ਇੱਥੇ ਦਰਜ ਕਰਦੇ ਹਾਂ। ਤੇ ਚੌਥੇ ਕਾਲਮ ਦੇ ਵਿੱਚ ਅਸੀਂ ਉਸ ਵੋਟਰ ਦੇ ਸਿਗਨੇਚਰ ਜਾਂ ਉਸ ਦਾ ਅੰਗੂਠਾ ਜਿਹੜਾ ਹੈ ਉਸ ਦਾ ਨਿਸ਼ਾਨ ਲੈਂਦੇ ਹਾਂ। ਤੇ ਪੰਜਵਾਂ ਕਾਲਮ ਜਿਹੜਾ ਹੈ ਪਹਿਲੇ PO ਜਿਹੜੇ ਹੈਗੇ ਆ ਉਸ ਦੇ ਲਈ ਵਿਸ਼ੇਸ਼ ਕਥਨ ਦਰਜ ਕਰਨ ਦੇ ਵਾਸਤੇ ਹੁੰਦਾ ਹੈ। ਇਹ ਅਸੀਂ ਕੁਝ ਵਿਸ਼ੇਸ਼ ਹਾਲਤਾਂ ਵਿੱਚ ਇੱਥੇ ਕੁਝ ਜਿਹੜੀਆਂ ਨੇ ਇੰਦਰਾਜ ਦਰਜ ਕਰਦੇ ਹਾਂ, ਜਿਨ੍ਹਾਂ ਦੀ ਜਾਣਕਾਰੀ ਆਪਾਂ ਅੱਗੇ ਜਾ ਕੇ ਡਿਸਕਸ ਕਰਾਂਗੇ। ਦੋਸਤੋ, ਜਿਵੇਂ ਕਿ ਇੱਥੇ ਤੁਸੀਂ ਦੇਖ ਚੁੱਕੇ ਹੋ ਕਿ ਪਹਿਲੇ 2 ਜਿਹੜੇ ਵੋਟਰ ਨੇ ਉਹਨਾਂ ਨੇ ਸਾਨੂੰ ਆਪਣਾ ਵੋਟਰ ਕਾਰਡ ਦਿੱਤਾ ਹੈ ਤੇ ਅਸੀਂ ਉਹਨਾਂ ਦੀ ਐਂਟਰੀ ਇਸ ਤਰ੍ਹਾਂ ਨਾਲ ਕੀਤੀ ਹੈ। ਪਰ ਤੀਸਰਾ ਜਿਹੜਾ ਵੋਟਰ ਹੈ ਉਹ ਜਦੋਂ ਸਾਡੇ ਕੋਲ ਆਉਂਦਾ ਤਾਂ ਉਹ ਆਪਣਾ ਆਧਾਰ ਕਾਰਡ ਸਾਨੂੰ ਦਿਖਾਉਂਦਾ, ਤਾਂ ਅਸੀਂ ਆਧਾਰ ਲਿਖ ਕੇ ਉਸ ਦੇ ਜਿਹੜੇ ਆਧਾਰ ਕਾਰਡ ਦੇ ਪਿਛਲੇ ਸੀਰੀਅਲ ਨੰਬਰ ਦੇ ਪਿਛਲੇ 4 ਅੰਕ ਜਿਹੜੇ ਨੇ ਉਹ ਇੱਥੇ ਦਰਜ ਕਰਦੇ ਹਾਂ। ਤੇ ਜਿਹੜਾ ਪੰਜਵਾਂ ਵੋਟਰ, ਸਾਡਾ ਚੌਥਾ ਵੋਟਰ ਸਾਡੇ ਕੋਲ ਆਉਂਦਾ ਹੈ, ਉਹ ਸਾਨੂੰ ਡਰਾਈਵਿੰਗ ਲਾਇਸੈਂਸ ਦਿਖਾਉਂਦਾ ਹੈ, ਤਾਂ ਅਸੀਂ DL ਲਿਖ ਕੇ ਉਸ ਦੇ ਡਰਾਈਵਿੰਗ ਲਾਇਸੈਂਸ ਦੇ ਸੀਰੀਅਲ ਨੰਬਰ ਦੇ ਪਿਛਲੇ 4 ਅੰਕ ਜਿਹੜੇ ਨੇ ਦਰਜ ਕਰਦੇ ਹਾਂ ਤੇ ਉਹਨਾਂ ਦੇ ਸਿਗਨੇਚਰ ਹਾਸਲ ਕਰਦੇ ਹਾਂ। ਉਸ ਤੋਂ ਬਾਅਦ ਅਸੀਂ ਹੁਣ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਪੋਸਟਲ ਬੈਲਟ ਜਿਹੜਾ ਹੈ ਇਹ ਕੀ ਹੈ। ਜੇ PB ਕੋਡ ਨਾਲ ਮਾਰਕ ਸੂਚੀ ਵਿੱਚ ਦਰਜ ਕੀਤੇ ਵੋਟਰ ਜਿਹੜੇ ਨੇ ਉਹਨਾਂ ਨੂੰ ਅਸੀਂ ਪੋਸਟਲ ਬੈਲਟ ਵੋਟਰ ਰੱਖਦੇ ਹਾਂ। ਪਹਿਲਾਂ ਅਸੀਂ ਜਾਣਦੇ ਹਾਂ ਕਿ ਪੋਸਟਲ ਬੈਲਟ ਜਿਹੜਾ ਹੈ ਕਿਵੇਂ ਇਸ਼ੂ ਹੁੰਦਾ ਹੈ। ਪੋਸਟਲ ਬੈਲਟ ਜਿਹੜਾ ਹੈ ਉਹ 12A ਫਾਰਮ ਜਿਹੜਾ ਕਿ ਇਲੈਕਸ਼ਨ ਕਮਿਸ਼ਨ ਵੱਲੋਂ 4 ਤਰ੍ਹਾਂ ਦੇ ਇਸ ਵਾਰ ਵੋਟਰਾਂ ਨੂੰ ਜਾਰੀ ਕੀਤਾ ਗਿਆ ਹੈ। ਪਹਿਲਾ ਉਹ ਵਿਅਕਤੀ ਜਿਹੜੇ ਕਿ ਆਪਣੀ ਹੀ ਕੰਸਟੀਚੁਐਂਸੀ ਦੇ ਆਪਣੇ ਤੋਂ ਜਿਹੜਾ ਹੈ ਬਾਹਰਲੀ ਕੰਸਟੀਚੁਐਂਸੀ ਦੇ ਵਿੱਚ ਜਿਹੜਾ ਹੈ ਇਲੈਕਸ਼ਨ ਡਿਊਟੀ ਕਰ ਰਹੇ ਨੇ। ਦੂਸਰਾ ਉਹ ਵਿਅਕਤੀ ਜਿਹੜਾ ਕਿ ਫਿਜ਼ੀਕਲੀ ਅਪੰਗ ਹੈ। ਤੇ ਤੀਸਰਾ ਉਹ ਵਿਅਕਤੀ ਜਿਸ ਦੀ ਉਮਰ 80 ਜਾਂ 80 ਸਾਲ ਤੋਂ ਜ਼ਿਆਦਾ ਹੈ। ਤੇ ਚੌਥਾ ਉਹ ਵਿਅਕਤੀ ਜਿਸ ਨੂੰ ਜਿਹੜਾ ਹੈ ਕੋਵਿਡ ਦੇ ਲੱਛਣ ਪਾਏ ਗਏ ਹਨ। ਅਜਿਹੇ ਵਿਅਕਤੀਆਂ ਵੱਲੋਂ 12A ਫਾਰਮ ਭਰਨ ਤੋਂ ਬਾਅਦ ਉਹਨਾਂ ਨੂੰ ਜਿਹੜਾ ਹੈ ਇੱਕ ਪੋਸਟਲ ਬੈਲਟ ਦੇ ਤੌਰ ਤੇ ਜਿਹੜਾ ਹੈ ਪੇਪਰ ਜਾਰੀ ਕੀਤਾ ਜਾਂਦਾ ਹੈ ਤੇ ਜਿਸ ਦੇ ਰਾਹੀਂ ਉਹ ਆਪਣੀ ਵੋਟ ਜਿਹੜੀ ਹੈ ਹੁਣ ਕਾਸਟ ਕਰ ਚੁੱਕੇ ਨੇ ਔਰ ਉਹ ਕਿਸੇ ਤਰ੍ਹਾਂ ਨਾਲ ਵੀ ਸਾਡੇ ਪੋਲਿੰਗ ਬੂਥ ਤੇ ਵੋਟਿੰਗ ਵਾਲੇ ਦਿਨ 20 ਫਰਵਰੀ ਨੂੰ ਪਹੁੰਚ ਕੇ ਆਪਣੀ ਵੋਟ ਕਰਨ ਦਾ ਅਧਿਕਾਰ ਨਹੀਂ ਰੱਖਦੇ। ਔਰ ਪਹਿਲੇ ਪ੍ਰੋਗਰਾਮ ਅਫਸਰ ਨੇ ਇਸ ਬਾਰੇ ਸੁਚੇਤ ਰਹਿਣਾ ਔਰ ਉਸ ਨੇ ਇਹਨਾਂ ਵਿਅਕਤੀਆਂ ਨੂੰ ਕਿਸੇ ਤਰ੍ਹਾਂ ਵੀ ਵੋਟ ਜਿਹੜਾ ਹੈ ਪਰਚੀ ਉਹ ਜਾਰੀ ਨਹੀਂ ਕਰ। ਹੁਣ ਅਸੀਂ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਇਲੈਕਸ਼ਨ ਡਿਊਟੀ ਸਰਟੀਫਿਕੇਟ ਵੋਟਰ ਕੌਣ ਹਨ। ਇਲੈਕਸ਼ਨ ਡਿਊਟੀ ਸਰਟੀਫਿਕੇਟ ਵੋਟਰ ਅਜਿਹੇ ਅਧਿਕਾਰੀ ਹਨ ਜਿਹੜੇ ਕਿ ਆਪਣੀ ਹੀ ਕੰਸਟੀਚੁਐਂਸੀ ਦੇ ਵਿੱਚ ਜਿਹੜਾ ਹੈ ਇਲੈਕਸ਼ਨ ਡਿਊਟੀ ਕਰ ਰਹੇ ਹਨ, ਪਰ ਉਹ ਆਪਣੇ ਜਿਹੜਾ ਹੈ ਪਿੰਡ ਦੇ ਪੋਲਿੰਗ ਬੂਥ ਦੇ ਉੱਪਰ ਕਿਸੇ ਤਰ੍ਹਾਂ ਨਾਲ ਵੀ ਵੋਟ ਨਹੀਂ ਕਰ ਸਕਦੇ ਕਿਉਂਕਿ ਉਹ ਕਿਸੇ ਹੋਰ ਜਗ੍ਹਾ ਦੇ ਉੱਪਰ ਡਿਊਟੀ ਕਰ ਰਹੇ ਹਨ। ਪਹਿਲੇ ਪ੍ਰੋਗਰਾਮ ਅਫਸਰ ਲਈ ਇਹ ਧਿਆਨ ਦੇਣ ਗੋਚਰ ਗੱਲ ਹੈ ਕਿ ਜੇਕਰ ਕੋਈ ਅਜਿਹਾ ਵੋਟਰ ਜਿਸ ਦੇ ਅੱਗੇ EDC ਜਿਹੜਾ ਹੈ ਕੋਡ ਦਰਜ ਹੈ ਤੇ ਉਹ ਤੁਹਾਡੇ ਆਪਣੇ ਹੀ ਪਿੰਡ ਦੇ ਬੂਥ ਦੇ ਉੱਪਰ ਜਿਹੜਾ ਹੈ ਵੋਟ ਪਾਉਣ ਲਈ ਪਹੁੰਚਦਾ ਹੈ ਤਾਂ ਅਜਿਹੇ ਵੋਟਰ ਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ ਹੈ। ਪਰ ਅਜਿਹਾ ਵੋਟਰ ਜਿਹੜਾ ਕਿ ਕਿਸੇ ਹੋਰ ਜਗ੍ਹਾ ਦੇ ਉੱਪਰ ਡਿਊਟੀ ਕਰ ਰਿਹਾ ਹੈ ਤੇ ਆਪਣਾ ਜਿਹੜਾ ਇਲੈਕਸ਼ਨ ਡਿਊਟੀ ਸਰਟੀਫਿਕੇਟ ਜਿਹੜਾ ਕਿ ਤੁਸੀਂ ਇਸ ਸਲਾਈਡ ਵਿੱਚ ਦੇਖ ਰਹੇ ਹੋ ਤੁਹਾਨੂੰ ਜਿਹੜਾ ਹੈ ਪੇਸ਼ ਕਰਦਾ ਹੈ ਤਾਂ ਉਹ ਉਸ ਬੂਥ ਦੇ ਉੱਪਰ ਜਿੱਥੇ ਉਹ ਡਿਊਟੀ ਕਰ ਰਿਹਾ ਹੈ ਉੱਥੇ ਵੋਟ ਪਾਉਣ ਦਾ ਅਧਿਕਾਰ ਰੱਖਦਾ ਹੈ। ਅਜਿਹੇ ਵੋਟਰ ਦੇ ਅੱਗੇ EDC ਕੋਡ ਜਿਹੜਾ ਹੈ ਉਸ ਦੇ ਨੇਟਿਵ ਪਿੰਡ ਦੇ ਵਿੱਚ ਦਰਜ ਹੈ ਔਰ EDC ਵੋਟ ਵਾਲਾ ਅਧਿਕਾਰੀ ਆਪਣੇ ਪਿੰਡ ਵਿੱਚ ਤਾਂ ਵੋਟ ਨਹੀਂ ਪਾ ਸਕਦਾ, ਪਰ ਜਿੱਥੇ ਉਹ ਡਿਊਟੀ ਦੇ ਰਿਹਾ ਹੈ ਉੱਥੇ ਉਹ ਵੋਟ ਪਾਏਗਾ। ਤਾਂ ਉਸ ਦੀ ਜਿਹੜੀ ਇੰਦਰਾਜ ਹੈ ਅਸੀਂ ਉਸ ਨੂੰ ਕਿਵੇਂ ਦਰਜ ਕਰਦੇ ਹਾਂ, ਉਹ ਆਪਣੇ ਵੱਲੋਂ ਜਾਰੀ ਜਿਹੜਾ ਹੈ ਪੇਸ਼ ਕੀਤੇ ਸਰਟੀਫਿਕੇਟ ਦੇ ਨਾਲ ਆਪਣੇ ਨਾਰਮਲ ਵੋਟਰ ਦੇ ਤੌਰ ਤੇ ਵੋਟ ਪਾਉਣ ਦਾ ਅਧਿਕਾਰ ਰੱਖਦਾ ਹੈ। ਪ੍ਰੋਗਰਾਮ ਜਿਹੜਾ ਹੈ ਪ੍ਰੈਜ਼ਾਈਡਿੰਗ ਆਫੀਸਰ ਉਹ ਉਸ ਨੂੰ ਵੋਟ ਪਾਉਣ ਦਾ ਅਧਿਕਾਰ ਜਿਹੜਾ ਹੈ ਪਰਮਿਸ਼ਨ ਦੇਗਾ ਔਰ ਉਸ ਦੀ 17A ਵਿੱਚ ਐਂਟਰੀ ਕਰਦੇ ਸਮੇਂ ਅਸੀਂ ਜਿਹੜਾ ਹੈ ਚੋਣਕਾਰ ਸੂਚੀ, ਕਿਉਂਕਿ ਉਹ ਤੁਹਾਡੀ ਸੂਚੀ ਵਿੱਚ ਉਸ ਦਾ ਨਾਮ ਦਰਜ ਨਹੀਂ ਹੈ, ਅਸੀਂ ਉਸ ਦਾ ਇਲੈਕਸ਼ਨ ਡਿਊਟੀ ਸਰਟੀਫਿਕੇਟ ਦਾ ਜਿਹੜਾ ਹੈ ਡਿਸਪੈਚ ਨੰਬਰ ਇੱਥੇ ਮੈਂਸ਼ਨ ਕਰਾਂਗੇ ਔਰ ਉਸ ਦੇ ਜਿਹੜਾ ਹੈ ਸਿਗਨੇਚਰ ਲਵਾਂਗੇ ਔਰ ਨਾਲ ਹੀ ਅਸੀਂ ਜਿਹੜਾ ਵਿਸ਼ੇਸ਼ ਕਥਨ ਦੇ ਵਿੱਚ ਜਿਹੜਾ ਪਹਿਲਾ PO ਹੈ ਉਹ EDC ਦਾ ਜਿਹੜਾ ਮਾਰਕਸ ਲਗਾਏਗਾ, ਜਿਸ ਤੋਂ ਅਸੀਂ ਇਸ ਦੀ ਪਛਾਣ ਕਰ ਸਕਦੇ ਹਾਂ ਕਿ ਇੱਕ ਇਲੈਕਸ਼ਨ ਡਿਊਟੀ ਜਿਹੜਾ ਹੈ ਅਧਿਕਾਰੀ ਹੈ ਉਸ ਨੇ ਤੁਹਾਡੇ ਬੂਥ ਦੇ ਉੱਪਰ ਵੋਟ ਦਾ ਜਿਹੜਾ ਹੈ ਆਪਣੇ ਅਧਿਕਾਰ ਦੀ ਵਰਤੋਂ ਕੀਤੀ ਹੈ। ਹੁਣ ਅਸੀਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ASD ਵੋਟਰ ਲਿਸਟ ਕੀ ਹੁੰਦੀ ਹੈ। ਦੋਸਤੋ, ASD ਵੋਟਰ ਲਿਸਟ ਜਿਹੜੀ ਹੈਗੀ ਹੈ ਇਹ ਇੱਕ ਅਜਿਹੀ ਲਿਸਟ ਹੈ ਜਿਸ ਵਿੱਚ ਅਸੀਂ A ਨੂੰ ਐਬਸੈਂਟ ਭਾਵ ਉਹ ਵਿਅਕਤੀ ਜਿਹੜੇ ਕਿ ਜਦੋਂ ਵੋਟਾਂ ਲਿਸਟਾਂ ਦੀ ਸੁਧਾਈ ਹੋ ਰਹੀ ਸੀ
ਤੇ ਜਿਹੜੇ ਹੈ BLO ਉਹਨਾਂ ਦੇ ਜਿਹੜਾ ਹੈ ਘਰ ਪਹੁੰਚਦੇ ਹਨ ਤਾਂ ਉਹ ਐਬਸੈਂਟ ਪਾਏ ਜਾਂਦੇ ਹਨ, ਜਾਂ ਅਜਿਹੇ ਵੋਟਰ ਜਿਨ੍ਹਾਂ ਨੇ ਆਪਣਾ ਐਡਰੈਸ ਜਿਹੜਾ ਹੈ ਉਹ ਬਦਲ ਲਿਆ ਹੈ, ਜਾਂ ਅਜਿਹੇ ਵੋਟਰ ਜਿਨ੍ਹਾਂ ਦੀ ਪਹਿਚਾਣ ਡੁਪਲੀਕੇਟ ਵੋਟਰ ਦੇ ਤੌਰ ਤੇ ਹੋਈ ਹੈ ਤੇ BLO ਅਧਿਕਾਰੀਆਂ ਵੱਲੋਂ ਉਹਨਾਂ ਦੀ ਇੱਕ ਵਿਸ਼ੇਸ਼ ਲਿਸਟ ਬਣਾ ਕੇ ਨਾਲ ਨਕਸ਼ਰ ਦੇ ਤੌਰ ਤੇ ਮਾਰਕਸ਼ੀਟ ਦੇ ਨਾਲ ਜਿਹੜੀ ਹੈ ਮਾਰਕ ਕਾਪੀ ਦੇ ਨਾਲ ਅਟੈਚ ਕੀਤੀ ਹੁੰਦੀ ਹੈ। ਅਜਿਹੇ ਵੋਟਰਾਂ ਨੂੰ ਜਿਹੜਾ ਹੈ ਵੋਟ ਪਾਉਣ ਦਾ ਅਧਿਕਾਰ ਵਿਸ਼ੇਸ਼ ਜਿਹੜਾ ਹੈ ਸਥਿਤੀਆਂ ਵਿੱਚ ਹੈ। ਪਹਿਲਾਂ ਅਸੀਂ ਇਹ ਜਾਣਨ ਦੀ ਕੋਸ਼ਿਸ਼ ਕਰੀਏ ਕਿ ਤੁਹਾਡੇ ਜਿਹੜੀ ਹੈ ASD ਵੋਟਰ ਸੂਚੀ ਦੇ ਵਿੱਚ ਇਸ ਤਰ੍ਹਾਂ ਦੀਆਂ ਐਂਟਰੀਆਂ ਦਰਜ ਹਨ, ਜਿਹਦੇ ਵਿੱਚ ਜਿਹੜਾ ਹੈ ਤੁਹਾਡੀ ਪਾਰਲੀਮੈਂਟ ਜਿਹੜੀ ਹੈ ਕੰਸਟੀਚੁਐਂਸੀ ਦਾ ਨਾਮ, ਜਿਵੇਂ ਕਿ ਸਾਡੇ ਇੱਥੇ ਲੁਧਿਆਣਾ ਦਰਜ ਹੈ, ਇਸੇ ਤਰ੍ਹਾਂ ਹੀ ਅਸੈਂਬਲੀ ਕੰਸਟੀਚੁਐਂਸੀ ਦਾ ਨਾਮ ਭਾਵ 59 ਸਾਹਨੇਵਾਲ ਜਿਹੜਾ ਹੈ ਉਹ ਦਰਜ ਹੈ। ਇਸੇ ਨਾਲ ਤਰ੍ਹਾਂ ਹੀ ਤੁਹਾਡੇ ਪੋਲਿੰਗ ਸਟੇਸ਼ਨ ਦਾ ਨੰਬਰ ਤੇ ਨਾਮ ਜਿਹੜਾ ਹੈ ਉਹ ਦਰਜ ਹੈ। ਤੇ ਜਦੋਂ ਵੀ ਅਸੀਂ ਅਜਿਹੇ ਵੋਟਰ ਨੂੰ ਵੋਟ ਪਾਉਣ ਦਾ ਅਧਿਕਾਰ ਦਿੰਦੇ ਹਾਂ ਤਾਂ ਪ੍ਰੋਗਰਾਮ ਜਿਹੜਾ ਪ੍ਰੈਜ਼ਾਈਡਿੰਗ ਅਫਸਰ ਹੈ ਉਸਨੇ ਆਪਣੇ ਸਿਗਨੇਚਰ ਦੇ ਨਾਲ ਇੱਕ ਇਸ ਤਰ੍ਹਾਂ ਦੀ ਜਿਹੜੀ ਫ੍ਰੈਕਸ਼ਨਲ ਡਿਜਿਟ ਜਿਹੜੇ ਨੇ ਦਰਜ ਕਰਨੇ ਨੇ, ਜਿਹੜੇ ਇਹ ਦਰਸਾਉਣਗੇ ਕਿ ਕੰਸਟੀਚੁਐਂਸੀ 59 ਦੇ ਪੋਲਿੰਗ ਬੂਥ ਨੰਬਰ 13 ਦੇ ਅਧਿਕਾਰੀ ਵੱਲੋਂ ਇਸ ਵੋਟਰ ਨੂੰ ਜਿਹੜਾ ਹੈ ਆਪਣੀ ਵੋਟ ਪਾਉਣ ਦਾ ਅਧਿਕਾਰ ਦਿੱਤਾ ਗਿਆ, ਔਰ ਅਸੀਂ ਇਸ ਦੀ ਗਿਣਤੀ ਜਿਹੜੀ ਹੈ ਇਹ ਵੀ ਕਰਨੀ ਹੈ। ਜਿਵੇਂ ਕਿ ਇੱਥੇ ਸਾਡੇ ਕੋਲ ਇਸ ਵੋਟਰ ਸੂਚੀ ਵਿੱਚ 10 ਵੋਟਰ ਜਿਹੜੇ ਹੈਗੇ ਆ ਦਰਜ ਨੇ, ਜਿਨ੍ਹਾਂ ਵਿੱਚੋਂ 4 ਵੋਟਰ ਐਬਸੈਂਟੀਜ਼ ਨੇ, 3 ਵੋਟਰ ਸ਼ਿਫਟਡ ਨੇ, ਔਰ ਜਿਹੜੇ ਹੈ ਡੁਪਲੀਕੇਟ ਵੋਟਰਾਂ ਦੀ ਗਿਣਤੀ 3 ਹੈ। ਇਹ ਜਿਹੇ ਵੋਟਰਾਂ ਨੂੰ ਜਦੋਂ ਅਸੀਂ ਵੋਟ ਪਾਉਣ ਦਾ ਅਧਿਕਾਰ ਦੇਵਾਂਗੇ ਤਾਂ ਅਜਿਹੇ ਵੋਟਰ ਨੂੰ ਸਭ ਤੋਂ ਪਹਿਲਾਂ ਜਿਹੜਾ ਹੈ PRO ਉਹ ਡਿਕਲੇਰੇਸ਼ਨ ਫਾਰਮ ਫਿਲ ਕਰਨ ਲਈ ਕਹੇਗਾ, ਜਿਹੜਾ ਕਿ ਅਨੈਕਸਚਰ 16 ਵਿੱਚ ਤੁਹਾਡੀ ਜਿਹੜੀ ਹੈ PRO ਨੂੰ ਮਿਲੀਆਂ ਬੁੱਕਸ ਦੇ ਵਿੱਚ ਅਵੇਲੇਬਲ ਹੈ। ਇਸ ਦੇ ਵਿੱਚ ਅਸੀਂ ਉਸ ਦੇ ਥੰਬ ਇੰਪ੍ਰੈਸ਼ਨ ਲਵਾਂਗੇ ਔਰ ਉਸ ਤੋਂ ਬਾਅਦ ਇਸ ਨੂੰ ਜਿਹੜਾ ਹੈ ਟੈਸਟ ਕਰੇਗਾ PRO, ਔਰ ਇੱਥੇ ਜਿਹੜਾ ਹੈ ਪੋਲਿੰਗ ਸਟੇਸ਼ਨ ਦਾ ਨੰਬਰ, ਜਿਸ ਨੂੰ ਹੁਣੇ ਆਪਾਂ ਫ੍ਰੈਕਸ਼ਨ 'ਚ ਦੇਖ ਕੇ ਆਏ ਹਾਂ 59/13 ਲਿਖ ਕੇ ਡੇਟ ਜਿਹੜਾ ਹੈ ਆਪਣੇ ਸਿਗਨੇਚਰ ਕਰੇਗਾ। ਉਸ ਤੋਂ ਬਾਅਦ ਜਿਹੜਾ ਹੈ ਪ੍ਰੋਗਰਾਮ ਆਫਿਸਰ ਇੱਕ ASD ਸਰਟੀਫਿਕੇਟ ਉਸ ਵੋਟਰ ਨੂੰ ਜਾਰੀ ਕਰੇਗਾ, ਜਿਸ ਵਿੱਚ ਅਸੀਂ ਕੁੱਲ ਐਬਸੈਂਟ, ਕੁੱਲ ਸ਼ਿਫਟਡ ਔਰ ਕੁੱਲ ਜਿਹੜੇ ਹੈਗੇ ਆ ਡੁਪਲੀਕੇਟ ਵੋਟਰਾਂ ਦੀ ਗਿਣਤੀ ਦਰਜ ਕਰਾਂਗੇ, ਔਰ ਉਸ ਤੋਂ ਬਾਅਦ ਜਿੰਨੇ ਵੋਟਰਾਂ ਨੇ ਆਪਣਾ ਜਿਹੜਾ ਹੈ ਇਹਨਾਂ ਵਿੱਚੋਂ ਵੋਟ ਕਾਸਟ ਕਰ ਲਿਆ ਹੈ ਉਹਨਾਂ ਦੀ ਗਿਣਤੀ ਵੀ ਦਰਜ ਕੀਤੀ ਜਾਵੇਗੀ, ਔਰ ਉਸ ਤੋਂ ਬਾਅਦ ਇਸ ਨੂੰ ਟੈਸਟ ਕੀਤਾ ਜਾਵੇਗਾ। ਪਰ ਇਸ ਦੀ ਕਾਊਂਟਰ ਫਾਈਲ ਜਿਹੜੀ ਕਿ ਥੱਲੜਾ ਹਿੱਸਾ ਹੈ ਇਸ ਨੂੰ ਵੀ ਦੁਬਾਰਾ ਤੋਂ ਭਰਿਆ ਜਾਏਗਾ, ਔਰ ਇਸ ਨੂੰ ਪਾੜ ਕੇ ਵੋਟਾਂ ਦੇ ਪ੍ਰੋਸੀਜਰ ਦੇ ਖਤਮ ਹੋਣ ਤੇ ਅਸੀਂ 17A ਵਿੱਚ ਜਿਹੜਾ ਹੈ ਅਖੀਰ ਤੇ ਪੇਸਟ ਕਰਾਂਗੇ। ਜਿਵੇਂ ਕਿ ਇੱਥੇ ਤੁਹਾਨੂੰ ਜਿਹੜਾ ਹੈ ਯੈਲੋ ਪੱਟੀ ਲਗਾ ਕੇ ਦੱਸਿਆ ਗਿਆ ਹੈ ਕਿ ASD ਜਿੰਨੇ ਵੋਟਰ ਨੇ ਉਹਨਾਂ ਦੀ ਕੁੱਲ ਸੂਚੀ ਜਿਹੜੇ ਸਰਟੀਫਿਕੇਟ ਨੇ ਉਹ 17A ਵਿੱਚ ਪੇਸਟ ਕੀਤੇ ਜਾਣੇ ਹਨ, ਜਿਹੜੇ ਕਿ ਆਖਰੀ ਪੇਜ ਦੇ ਉੱਪਰ ਪੇਸਟ ਕੀਤੇ ਜਾਣਗੇ। ਔਰ ਇੱਕ ਖਾਸ ਗੱਲ ਜਿਹੜੀ ਕਿ ਸੈਕੰਡ ਪ੍ਰੋਗਰਾਮ ਆਫਿਸਰ ਨੇ ਜਿਹੜੀ ਹੈ PO ਨੇ ਧਿਆਨ ਵਿੱਚ ਰੱਖਣੀ ਹੈ, ਉਹ ਇਹ ਹੈ ਕਿ ਅਜਿਹੇ ਵੋਟਰ ਜਿਹੜੇ ASD ਦੇ ਤੌਰ ਤੇ ਪਹਿਚਾਣ ਕੀਤੇ ਗਏ ਹਨ ਉਹਨਾਂ ਦੇ ਸਿਗਨੇਚਰ ਦੇ ਨਾਲ ਨਾਲ ਉਹਨਾਂ ਦੇ ਥੰਬ ਇੰਪ੍ਰੈਸ਼ਨ ਜਿਹੜੇ ਨੇ ਉਹ ਵੀ ਦਰਜ ਕੀਤੇ ਜਾਣ। ਇਸ ਤੋਂ ਬਾਅਦ ਅਸੀਂ ਦੋਸਤੋ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕਲਾਸੀਫਾਈਡ ਸਰਵਿਸ ਵੋਟਰ ਜਿਹੜੀ ਲਿਸਟ ਹੈ ਉਹ ਕੀ ਹੈ। ਕਲਾਸੀਫਾਈਡ ਸਰਵਿਸ ਵੋਟਰ ਲਿਸਟ ਇੱਕ ਅਜਿਹੇ ਵੋਟਰਾਂ ਦੀ ਲਿਸਟ ਹੋਇਆ ਕਰਦੀ ਹੈ ਜਿਹੜੇ ਜਾਂ ਤਾਂ ਆਰਮ ਫੋਰਸਿਸ ਦੇ ਵਿੱਚ ਤੈਨਾਤ ਹਨ ਜਾਂ ਉਹ ਅਜਿਹੀਆਂ ਏਜੰਸੀਆਂ ਵਿੱਚ ਤੈਨਾਤ ਹਨ ਜਿਨ੍ਹਾਂ ਤੇ ਆਰਮੀ ਐਕਟ ਜਿਹੜਾ ਹੈ ਲਾਗੂ ਹੁੰਦਾ ਹੈ। ਅਜਿਹੇ ਵੋਟਰਾਂ ਨੂੰ ਅਸੀਂ ਕਲਾਸੀਫਾਈਡ ਸਰਵਿਸ ਵੋਟਰ ਆਖਦੇ ਹਾਂ, ਜਾਂ ਇਹਨਾਂ ਨੂੰ ਪ੍ਰੋਕਸੀ ਵੋਟਰ ਵੀ ਆਖਿਆ ਜਾਂਦਾ ਹੈ। ਅਜਿਹੇ ਵੋਟਰ ਕਿਉਂਕਿ ਆਪਣੇ ਘਰ ਤੋਂ ਬਹੁਤ ਦੂਰ ਜਿਹੜਾ ਹੈ ਤੈਨਾਤ ਹੁੰਦੇ ਹਨ ਤੇ ਉਹ ਕਿਸੇ ਵੀ ਹਾਲਤ ਵਿੱਚ ਜਿਹੜਾ ਹੈ ਆਪਣੀ ਵੋਟ ਕਾਸਟ ਨਹੀਂ ਕਰ ਸਕਦੇ, ਪਰ ਅਜਿਹੇ ਵੋਟਰਾਂ ਨੂੰ ਭਾਰਤੀ ਜਿਹੜਾ ਇਲੈਕਸ਼ਨ ਕਮਿਸ਼ਨ ਵੱਲੋਂ ਆਪਣੇ ਵੱਲੋਂ ਇੱਕ ਵਿਅਕਤੀ ਨੂੰ ਨੋਮੀਨੇਟ ਕਰਕੇ ਵੋਟ ਪਾਉਣ ਦਾ ਅਧਿਕਾਰ ਦੇਣ ਦੀ ਜਿਹੜੀ ਹੈ ਖਾਸ ਪ੍ਰੋਵੀਜ਼ਨ ਕੀਤੀ ਗਈ ਹੈ। ਅਜਿਹਾ ਕਲਾਸੀਫਾਈਡ ਵੋਟਰ ਲਿਸਟ ਜਿਹੜੀ ਹੈ ਇਸ ਤਰ੍ਹਾਂ ਦੀ ਹੀ ਤੁਹਾਨੂੰ ਦਿਖਾਈ ਦੇਵੇਗੀ, ਔਰ ਇਹਦੇ ਵਿੱਚ ਜਿਹੜਾ ਹੈ ਤੁਹਾਡੇ ਕੋਲ ਜਿਵੇਂ ਅਸੀਂ ਇੱਥੇ ਦੇਖ ਰਹੇ ਹਾਂ 4 ਨੰਬਰ ਦੇ ਉੱਪਰ ਸੁਖਵਿੰਦਰ ਸਿੰਘ ਇੱਕ ਅਜਿਹਾ ਵੋਟਰ ਹੈ ਜਿਹੜਾ ਕਲਾਸੀਫਾਈਡ ਵੋਟਰ ਦੇ ਤੌਰ ਤੇ ਦਰਜ ਕੀਤਾ ਗਿਆ ਹੈ, ਔਰ ਇਹ ਜਿਹੜਾ ਹੈ ਆਪਣੇ ਵੱਲੋਂ ਆਪਣੇ ਹੀ ਕਮਾਂਡੈਂਟ ਨੂੰ ਇੱਕ ਪ੍ਰੋਕਸੀ ਸਰਟੀਫਿਕੇਟ ਜਿਹੜਾ 2 ਭਾਗਾਂ ਵਿੱਚ ਭਰ ਕੇ ਜਿਹੜਾ ਹੈ ਦੇਗਾ, ਜਿਸ ਵਿੱਚ ਪਹਿਲੇ ਭਾਗ ਵਿੱਚ ਉਹ ਆਪਣੇ ਵੱਲੋਂ ਇਹ ਇਤਰਾਜ਼ ਦਰਜ ਕਰੇਗਾ ਕਿ ਮੈਂ ਆਪਣੇ ਪੋਲਿੰਗ ਬੂਥ ਤੇ ਜਾ ਕੇ ਵੋਟ ਨਹੀਂ ਕਰ ਸਕਦਾ, ਔਰ ਮੈਂ ਆਪਣੇ ਵੱਲੋਂ ਮਨਦੀਪ ਸਿੰਘ ਨੂੰ ਜਿਹੜਾ ਹੈ ਵੋਟ ਪਾਉਣ ਦਾ ਅਧਿਕਾਰ ਦੇ ਰਿਹਾ ਹਾਂ, ਜਿਹੜਾ ਕਿ ਮੇਰੇ ਵੱਲੋਂ ਪ੍ਰੋਕਸੀ ਵੋਟਰ ਦੇ ਤੌਰ ਤੇ ਮੇਰੀ ਵੋਟ ਪਾਏਗਾ। ਤੇ ਦੂਸਰੇ ਭਾਗ ਵਿੱਚ ਜਿਹੜਾ ਮਨਦੀਪ ਸਿੰਘ ਜਿਹੜਾ ਕਿ ਪ੍ਰੋਕਸੀ ਵੋਟਰ ਦੇ ਤੌਰ ਤੇ ਵੋਟ ਪਾਉਣਾ ਚਾਹੁੰਦਾ ਹੈ, ਉਹ ਆਪਣੀ ਡਿਕਲੇਰੇਸ਼ਨ ਦੇਗਾ ਕਿ ਮੈਂ ਵੋਟ ਪਾਉਣ ਲਈ ਸਹਿਮਤ ਹਾਂ, ਔਰ ਇਸ ਦੇ ਨਾਲ ਹੀ ਦੋਨਾਂ ਜਿਹੜੇ ਹੈਗੇ ਆ ਵੋਟ ਪਾਉਣ ਵਾਲੇ ਤੇ ਪ੍ਰੋਕਸੀ ਵੋਟਰ ਤੇ ਉਸ ਦੇ ਨਾਲ ਨਾਲ ਗਵਾਹਾਂ ਦੇ ਸਾਈਨ ਕਰਕੇ ਜਿਹੜਾ ਹੈ
ਉਸ ਵਿਭਾਗ ਦਾ ਜਿਹੜਾ ਤੁਹਾਡਾ ਅਧਿਕਾਰੀ ਹੈ, ਜਿਸ ਨੂੰ ਅਸੀਂ ਡਿਪਟੀ ਰਿਟਰਨਿੰਗ ਆਫਿਸਰ ਆਖਦੇ ਹਾਂ, ਉਹ ਇਸ ਨੂੰ ਤਸਦੀਕ ਕਰੇਗਾ ਔਰ ਇਹ ਸਰਟੀਫਿਕੇਟ ਜਿਹੜਾ ਹੈ ਪ੍ਰੋਕਸੀ ਵੋਟਰ PRO ਨੂੰ ਪੇਸ਼ ਕਰੇਗਾ। PRO ਇਹ ਸਰਟੀਫਿਕੇਟ ਦੇਖਣ ਤੋਂ ਬਾਅਦ ਉਸ ਵਿਅਕਤੀ ਨੂੰ ਵੋਟ ਪਾਉਣ ਦੇ ਲਈ ਪਰਮਿਸ਼ਨ ਦੇਗਾ। ਪਰ ਦੂਸਰੇ PO ਨੂੰ ਇਹ ਧਿਆਨ ਰੱਖਣਾ ਹੋਏਗਾ ਕਿ ਪ੍ਰੋਕਸੀ ਵੋਟਰ ਦੀ ਜਿਹੜੀ ਹੈ ਇੰਕ ਮਾਰਕ ਉਹ ਮਿਡਲ ਫਿੰਗਰ ਦੇ ਉੱਪਰ ਲਗਾਇਆ ਜਾਏਗਾ, ਕਿਉਂਕਿ ਪ੍ਰੋਕਸੀ ਵੋਟਰ ਉਸੇ ਪਿੰਡ ਦਾ ਹੀ ਵੋਟਰ ਹੈ ਤੇ ਉਸਨੇ ਆਪਣੀ ਵੋਟ ਵੀ ਕਾਸਟ ਕਰਨੀ ਹੈ ਤੇ ਇੱਕ ਪ੍ਰੋਕਸੀ ਵੋਟਰ ਦੇ ਤੌਰ ਤੇ ਉਹਨੇ ਆਰਮੀ ਪਰਸੋਨਲ ਦੀ ਵੋਟ ਵੀ ਕਾਸਟ ਕਰਨੀ ਹੈ। ਤਾਂ ਉਹ ਪ੍ਰੋਕਸੀ ਵੋਟਰ ਦੇ ਤੌਰ ਤੇ ਮਿਡਲ ਫਿੰਗਰ ਨਾਲ ਵੋਟ ਪਾਏਗਾ ਔਰ ਆਪਣੀ ਵੋਟ ਉਹ ਇੰਡੈਕਸ ਫਿੰਗਰ ਨਾਲ ਪਾਏਗਾ। ਇਸ ਕਾਰਨ ਤੁਸੀਂ ਜਿਵੇਂ ਇਸ ਪਿਕਚਰ ਵਿੱਚ ਦੇਖ ਰਹੇ ਹੋ, ਦੋ ਜਿਹੜੇ ਹੈ ਇੰਕ ਮਾਰਕ ਜਿਹੜੇ ਨੇ ਉਹ ਦਿਖਾਈ ਦੇ ਰਹੇ ਨੇ। ਤਾਂ ਪ੍ਰੋਕਸੀ ਵੋਟਰ ਨੂੰ 2 ਵੋਟਾਂ ਪਾਉਣ ਦਾ ਅਧਿਕਾਰ ਆਪਣੇ ਆਪ ਹੀ ਮਿਲ ਜਾਂਦਾ ਹੈ। ਤਾਂ ਪ੍ਰੋਕਸੀ ਵੋਟਰ ਦੀ ਜਦੋਂ ਅਸੀਂ 17A ਵਿੱਚ ਐਂਟਰੀ ਕਰਦੇ ਹਾਂ, ਇਹ ਵੀ ਇੱਕ ਵਿਸ਼ੇਸ਼ ਧਿਆਨ ਦੇਣ ਯੋਗ ਗੱਲ ਹੈ ਕਿ ਪਹਿਲਾ PO ਇਹ ਧਿਆਨ ਰੱਖੇ ਕਿ ਪ੍ਰੋਕਸੀ ਵੋਟਰ ਜਿਹੜਾ ਹੈ ਉਸ ਦੀ ਵੋਟਰ ਲਿਸਟ ਵਿੱਚ ਸੀਰੀਅਲ ਨੰਬਰ ਜੋ ਹੈ ਅਸੀਂ ਉਸ ਨੂੰ ਹੀ ਇੱਥੇ ਚੋਣ ਲੜੀ ਵਿੱਚ ਦਰਜ ਕਰਦੇ ਹਾਂ। ਜਿਵੇਂ ਕਿ ਅਸੀਂ ਦੇਖਿਆ ਸੀ ਕਿ ਸੁਖਵਿੰਦਰ ਸਿੰਘ ਜਿਹੜਾ ਕਿ 4 ਨੰਬਰ ਸੀਰੀਅਲ ਦੇ ਉੱਪਰ ਦਰਜ ਹੈ, ਅਸੀਂ ਉਸ ਦਾ ਸੀਰੀਅਲ ਨੰਬਰ 4 ਤੇ ਬ੍ਰੈਕਟ ਵਿੱਚ PV ਮਤਲਬ ਪ੍ਰੋਕਸੀ ਵੋਟਰ ਦਰਜ ਕਰਦੇ ਹਾਂ। ਤੇ ਨਾਲ ਹੀ ਜਿਹੜਾ ਪ੍ਰੋਕਸੀ ਵੋਟਰ ਵੋਟ ਕਾਸਟ ਕਰਨ ਆਇਆ ਹੈ, ਉਸ ਨੇ ਜਿਹੜਾ ਡਰਾਈਵਿੰਗ ਲਾਇਸੈਂਸ ਦਿੱਤਾ ਹੈ, ਉਸ ਦੇ ਡਰਾਈਵਿੰਗ ਲਾਇਸੈਂਸ ਦਾ DL ਔਰ ਉਸ ਦੇ ਸੀਰੀਅਲ ਨੰਬਰ ਨੂੰ ਦਰਜ ਕਰਦੇ ਹਾਂ। ਤੇ ਪਿੱਛੇ ਅਸੀਂ ਵਿਸ਼ੇਸ਼ ਕਥਨ ਵਿੱਚ ਉਸ ਵੱਲੋਂ ਪੇਸ਼ ਕੀਤੇ ਗਏ ਪ੍ਰੋਕਸੀ ਸਰਟੀਫਿਕੇਟ ਦਾ ਜਿਹੜਾ ਹੈ ਸੀਰੀਅਲ ਨੰਬਰ ਵੀ ਦਰਜ ਕਰਦੇ ਹਾਂ। ਤਾਂ ਇਸ ਤਰ੍ਹਾਂ ਨਾਲ ਦੋਸਤੋ ਅਸੀਂ ਆਪਣੇ ਜਿਹੜੀ ਮਾਰਕ ਸੂਚੀ, AHD ਸੂਚੀ ਔਰ ਪ੍ਰੋਕਸੀ ਵੋਟਰ ਸੂਚੀ ਵਿੱਚ ਦਰਜ ਵੋਟਰਾਂ ਦੀ ਜਿਹੜੀ ਹੈ ਇੰਦਰਾਜ ਜਿਹੜੇ ਨੇ ਉਹ 17A ਰਜਿਸਟਰ ਵੋਟਰ ਵਿੱਚ ਦਰਜ ਕਰਨੇ ਹਨ। ਮੈਨੂੰ ਲੱਗਦਾ ਹੈ ਕਿ ਇਹ ਸਾਰੀ ਜਾਣਕਾਰੀ ਤੁਹਾਡੇ ਸਾਰਿਆਂ ਲਈ ਬੜੀ ਲਾਭਕਾਰੀ ਹੋਏਗੀ ਔਰ ਇਸ ਨੂੰ ਜਾਣਨ ਤੋਂ ਬਾਅਦ ਅਸੀਂ ਸਾਰੇ ਲੋਕ ਬੜੇ ਹੀ ਸੁਚਾਰੂ ਢੰਗ ਨਾਲ ਆਪਣੀ ਜਿਹੜੀ ਹੈ ਇਲੈਕਸ਼ਨ ਡਿਊਟੀ ਹੈ ਉਸ ਨੂੰ ਨਿਭਾ ਸਕਾਂਗੇ ਔਰ ਬੜੇ ਹੀ ਸਿੱਧੇ ਢੰਗ ਨਾਲ ਅਸੀਂ ਆਪਣੇ ਜਿਹੜੇ ਹੈਗੇ ਆ ਰਿਕਾਰਡ ਉਹਨਾਂ ਨੂੰ ਬਣਾ ਪਾਵਾਂਗੇ। ਆਸ ਕਰਦੇ ਹਾਂ ਤੁਹਾਨੂੰ ਇਹ ਸਾਰੀ ਜਾਣਕਾਰੀ ਪਸੰਦ ਆਏਗੀ। ਬਹੁਤ ਬਹੁਤ ਧੰਨਵਾਦ।